ਸਾਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਲੇਕਿਨ ਸਿਰਸਾ ਸਾਹਿਬ ਨੇ ਜੋ ਮਾਨਵਤਾ ਦੀ ਮਿਸਾਲ ਪੇਸ਼ ਕੀਤੀ, ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਰਾਹ ਦੱਸਿਆ ਸੀ, ਉਹ ਬਹੁਤ ਵੱਡੀ ਲਾਈਨ ਉਹਨਾਂ ਨੇ ਖਿੱਚੀ ਹੈ। ਔਰ ਮੈਂ ਚਾਹਾਂਗਾ ਕਿ ਇਸ ਲਾਈਨ ਦੇ ਉੱਤੇ ਚਾਹੇ ਉਹ ਪਿੰਡਾਂ ਦੀਆਂ ਗੁਰਦੁਆਰਾ ਸਿੰਘ ਸਭਾ ਨੇ, ਚਾਹੇ ਸ਼ਹਿਰਾਂ ਦੀਆਂ ਨੇ, ਚਾਹੇ ਵੱਡੇ ਸ਼ਹਿਰਾਂ ਦੀਆਂ ਸਿੰਘ ਸਭਾ ਨੇ, ਅੱਜ ਵਕਤ ਦੀ ਲੋੜ ਹੈ। ਹਮੇਸ਼ਾ ਸਿੱਖ ਕੌਮ ਦੇ ਜਿਹੜੀ ਸਾਡੀ 2% ਦੀ ਪਰਸੈਂਟੇਜ, ਉਦੋਂ ਬਾਵਜੂਦ ਅਸੀਂ ਦੇਸ਼ ਵਾਸਤੇ ਹਮੇਸ਼ਾ ਹਰ ਕੰਮ ਵਾਸਤੇ ਅੱਗੇ ਆਏ ਹਾਂ। ਔਰ ਕਦੀ ਵੀ ਦੇਸ਼ 'ਤੇ ਆਪਦਾ ਪਈਏ ਉਦੋਂ ਵੀ ਸਿੱਖ ਕੌਮ ਹਮੇਸ਼ਾ ਅੱਗੇ ਆ ਕੇ ਲੀਡ ਕਰਦੀ, ਚਾਹੇ ਉਹ ਲੰਗਰ ਦੀ ਵਿਵਸਥਾ ਹੋਏ, ਮੈਡੀਕਲ ਦੀ ਵਿਵਸਥਾ, ਕਿਸੇ ਤਰ੍ਹਾਂ ਦੀ ਵੀ। ਔਰ ਉਦੋਂ ਬਾਵਜੂਦ ਸਾਨੂੰ ਅੰਗਰੇਜ਼ਾਂ ਨੇ ਉਸ ਟਾਈਮ ਕਿਹਾ ਸੀ ਕਿ ਲਾਹੌਰ ਤੋਂ ਲੈ ਕੇ ਪਾਣੀਪਤ ਤੱਕ ਤੁਸੀਂ ਆਪਣਾ ਅਲੱਗ ਤੋਂ ਮੁਲਕ ਲੈ ਸਕਦੇ ਜੀ। ਲੇਕਿਨ ਸਿਰਸਾ ਸਾਹਿਬ ਨੇ ਜੋ ਚੰਗੇ ਕੰਮ ਕੀਤੇ ਨੇ, ਅਗਰ ਉਹਨਾਂ ਦੇ ਕੋਈ ਇੱਕ ਦੋ ਮਾਈਨਸ, ਹਰ ਬੰਦੇ 'ਚ ਇੱਕ ਦੋ ਹਰ ਮਾਈਨਸ ਹੁੰਦੀਆਂ ਨੇ, ਲੇਕਿਨ ਜਿਹੜਾ ਉਹਨਾਂ ਦੀ ਇੱਕ ਲਾਈਨ ਚੰਗੇ ਕੰਮਾਂ ਦੀ ਹੈ ਨਾ, ਉਹਦੇ ਸਾਹਮਣੇ ਉਹਨਾਂ ਜਿਹੜੇ ਕੋਈ ਮਾਈਨਸ ਨੇ ਉਹ ਸਾਰੇ ਢੱਕ ਗਏ ਨੇ। ਅਸੀਂ ਤਾਂ ਉਹਨਾਂ ਨੂੰ ਬਿਲਕੁਲ ਚੜ੍ਹਦੀ ਕਲਾ ਚਾਹੁੰਦੇ ਹਾਂ ਔਰ ਮਾਲਕ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹਿਣ, ਜਿਨ੍ਹਾਂ ਨਾਲ ਸਾਨੂੰ ਦੂਜੇ ਜਿਹੜਾ ਜਿੱਥੇ ਜਿੱਥੇ ਸਿੱਖ ਬੈਠਾ ਹੈ ਉਹਨੂੰ ਪ੍ਰੇਰਨਾ ਮਿਲੇ ਔਰ ਉਹ ਵੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰਨ। ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਦਾ ਇੱਕ ਵਾਰ ਫੇਰ ਸਵਾਗਤ ਹੈ। ਹਰਵਿੰਦਰ ਸਿੰਘ ਚਾਵਲਾ ਮੈਂ ਤੁਹਾਡਾ ਦਾਸ ਇੱਕ ਵਾਰ ਫੇਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈਗਾ ਹਾਂ। ਸੰਗਤ ਜੀ, ਅੱਜ ਸਾਡੀ ਚਰਚਾ ਦਾ ਵਿਸ਼ੇ ਹੈਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਨਾਮ ਇੱਕ ਬਹੁਤ ਵੱਡੀ ਉਪਲਬਧੀ ਅਰਜਿਤ ਕੀਤੀ ਗਈ ਹੈ। ਬਿਲਕੁਲ ਫ੍ਰੀ ਹੌਸਪੀਟਲ ਕਿਡਨੀ ਡਾਇਲਿਸਿਸ ਦੇ ਲਈ ਬਹੁਤ ਹੀ ਲੋਕਾਂ ਨੂੰ ਲਾਭ ਇਹਦਾ ਮਿਲ ਰਿਹਾ। ਜਿਹੜਾ ਡਾਇਲਿਸਿਸ 'ਤੇ ਡਿਪੈਂਡ ਹੁੰਦਾ, ਭਾਵੇਂ ਮੱਧਮ ਵਰਗੀ ਭਾਵੇਂ ਲੋੜਵੰਦ, ਉਹ ਪਰਿਵਾਰ ਜਿਹੜਾ ਬਿਲਕੁਲ ਦਬ ਕੇ ਰਹਿ ਜਾਂਦਾ, ਜੋ ਉਹਦੇ ਖਰਚੇ ਸੀ ਅਤੇ ਜੋ ਪਰੇਸ਼ਾਨੀਆਂ ਹੁੰਦੀਆਂ ਨੇ। ਸੋ ਵੇਖੋ, ਮਨੁੱਖਤਾ ਦੀ ਭਲਾਈ ਦੇ ਲਈ ਕਿੰਨਾ ਵੱਡਾ ਉਪਰਾਲਾ ਕੀਤਾ ਗਿਆ ਹੈ। ਸਿੱਖ ਕੌਮ ਦੇ ਨਾਮ ਇਹ ਉਪਲਬਧੀ ਆਈ ਹੈ। ਸੋ ਅਸੀਂ ਉੱਤਰਾਖੰਡ ਤੋਂ ਸਾਡੀ ਜਿਹੜੀਆਂ ਸਿੱਖ ਸ਼ਖਸੀਅਤਾਂ ਹੈਗੀਆਂ, ਸਿੱਖ ਸਾਡੇ ਆਗੂ ਹੈਗੇ, ਉਹਨਾਂ ਦੇ ਨਾਲ ਇਸੇ ਮੁੱਦੇ 'ਤੇ ਅਸੀਂ ਚਰਚਾ ਕਰਨੀ ਹੈ। ਸਾਡੇ ਨਾਲ ਜੁੜੇ ਹੋਏ ਨੇ ਗੁਰਦੁਆਰਾ ਸਿੰਘ ਸਭਾ ਰੁਦਰਪੁਰ ਅਤੇ ਸਿੱਖ ਸੈਂਟਰਲ ਕਮੇਟੀ ਹੈਗੀ ਹੈ, ਉਹਨਾਂ ਦੇ ਸਾਬਕਾ ਪ੍ਰਧਾਨ ਸਰਦਾਰ ਸੁਰਮੁਖ ਸਿੰਘ ਵਿਰਕ ਜੀ। ਜਦੋਂ ਕਦੀ ਵੀ ਅਸੀਂ ਕਿਸੇ ਵੀ ਇਸ਼ੂ 'ਤੇ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੁੰਦੀ, ਸਾਨੂੰ ਖੁੱਲ੍ਹਾ ਸਮਾਂ ਆਪਣਾ ਦਿੰਦੇ ਨੇ ਅਤੇ ਬੇਬਾਕ ਰਾਏ ਆਪਣੀ ਰੱਖਦੇ ਨੇ। ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ ਜੀ, ਕੀ ਕਹਿਣਾ ਚਾਹੋਗੇ ਇਸ ਮਾਹੌਲ ਦੇ ਵਿੱਚ, ਜਦੋਂ ਸਾਨੂੰ ਅੱਤਵਾਦੀ ਦੱਸਿਆ ਜਾ ਰਿਹਾ ਸੀ, ਸਾਨੂੰ ਦੇਸ਼ ਦਰੋਹੀ ਦੱਸਿਆ ਜਾ ਰਿਹਾ ਸੀ, ਸੋ ਉਸ ਮਾਹੌਲ ਦੇ ਵਿੱਚ ਸਿੱਖ ਕੌਮ ਨੇ ਆਪਣੀ ਇੱਕ ਬਹੁਤ ਵੱਡੀ ਉਪਲਬਧੀ ਦੇ ਨਾਲ ਜਵਾਬ ਦਿੱਤਾ ਹੈ। ਪਹਿਲੀ ਪ੍ਰਤੀਕਿਰਿਆ ਤੁਹਾਡੀ ਕੀ ਹੈਗੀ? ਮੈਂ ਇਸ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਸਿੱਖ ਕੌਮ ਦਾ ਵਿਰਸਾ ਹੈ ਜੀ, ਉਸ ਚੀਜ਼ ਨੂੰ ਸਿਰਸਾ ਸਾਹਿਬ ਨੇ ਅਗਾਂਹ ਵਧਾਇਆ ਹੈ। ਅਸੀਂ ਸਰਕਾਰਾਂ ਕੀ ਕਰਦੀਆਂ ਨੇ, ਪਹਿਲਾਂ ਵੀ ਕਰਦੀਆਂ ਆਈਆਂ ਨੇ, ਹੁਣ ਵੀ ਕਰ ਰਹੀਆਂ ਨੇ, ਸਾਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਲੇਕਿਨ ਸਿਰਸਾ ਸਾਹਿਬ ਨੇ ਜੋ ਮਾਨਵਤਾ ਦੀ ਮਿਸਾਲ ਪੇਸ਼ ਕੀਤੀ, ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਰਾਹ ਦੱਸਿਆ ਸੀ, ਉਹ ਬਹੁਤ ਵੱਡੀ ਲਾਈਨ ਉਹਨਾਂ ਨੇ ਖਿੱਚੀ ਹੈ। ਔਰ ਮੈਂ ਚਾਹਾਂਗਾ ਕਿ ਇਸ ਲਾਈਨ ਦੇ ਉੱਤੇ ਚਾਹੇ ਉਹ ਪਿੰਡਾਂ ਦੀਆਂ ਗੁਰਦੁਆਰਾ ਸਿੰਘ ਸਭਾ ਨੇ, ਚਾਹੇ ਸ਼ਹਿਰਾਂ ਦੀਆਂ ਨੇ, ਚਾਹੇ ਵੱਡੇ ਸ਼ਹਿਰਾਂ ਦੀਆਂ ਸਿੰਘ ਸਭਾ ਨੇ, ਅੱਜ ਵਕਤ ਦੀ ਲੋੜ ਹੈ ਕਿ ਅਸੀਂ ਉਸ ਚੀਜ਼ਾਂ ਨੂੰ ਅਗਾਂਹ ਵਧਾਈਏ। ਕਿਉਂਕਿ ਜਿਵੇਂ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਲੰਗਰ ਜਿਹੜਾ ਅਸੀਂ ਰੋਡਾਂ ਦੇ 'ਤੇ ਨਾ ਲਾਈਏ, ਗੁਰੂ ਘਰ ਦੇ ਅੰਦਰ ਲਾਈਏ ਔਰ ਉਸ ਚੀਜ਼ ਨੂੰ ਬਚਾ ਕੇ ਖਰਚੇ ਨੂੰ, ਜੋ ਸਮੇਂ ਦੀ ਅੱਜ ਲੋੜ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਦੂਜੇ ਜਿਹੜੇ ਫਾਲਤੂ ਦੇ ਲੰਗਰ ਸੀ, ਜਿਹੜੇ ਆਪਾਂ ਸੜਕਾਂ ਉੱਤੇ ਲਗਾਉਂਦੇ ਸੀ, ਉਹਨਾਂ ਲੰਗਰਾਂ ਨੂੰ ਥੋੜ੍ਹਾ ਸੰਕੋਚ ਕੇ ਦਵਾਈਆਂ ਦੇ ਲੰਗਰ ਆਪਾਂ ਕਹਿ ਸਕਦੇ, ਦਵਾਈਆਂ ਦੇ ਲੰਗਰ ਦੀ ਜ਼ਿਆਦਾ ਲੋੜ ਹੈ। ਦਵਾਈਆਂ ਦੇ ਲੰਗਰ ਨੇ ਔਰ ਸਿੱਖ ਸਮਾਜ ਜਿਹੜੇ ਸਾਡੇ ਸਿੱਖ ਗਰੀਬ ਪਰਿਵਾਰ ਨੇ, ਉਹਨਾਂ ਦੇ ਬੱਚੇ ਜਿਹੜੇ ਐਜੂਕੇਸ਼ਨ 'ਚ ਅੱਗੇ ਨਹੀਂ ਆ ਪਾ ਰਹੇ, ਉਹਨਾਂ ਦੀਆਂ ਫੀਸਾਂ ਨੇ, ਉਸ ਚੀਜ਼ਾਂ 'ਤੇ ਸਾਨੂੰ ਆਉਣ ਵਾਲਾ ਸਮੇਂ ਜਿਹੜੇ ਅੱਜ ਦੇ ਹਾਲਾਤ ਨੇ, ਸਾਨੂੰ ਉਹਦੇ 'ਤੇ ਬਹੁਤ ਹੀ ਜ਼ਰੂਰੀ ਢੰਗ ਨਾਲ ਸੋਚਣਾ ਚਾਹੀਦਾ ਔਰ ਉਸ ਰਸਤੇ 'ਤੇ ਸਾਨੂੰ ਚੱਲਣ ਦੀ ਕੋਸ਼ਿਸ਼ ਹਰ ਗੁਰੂ ਘਰ ਦੀਆਂ ਕਮੇਟੀਆਂ ਨੂੰ ਕਰਨੀ ਚਾਹੀਦੀ ਹੈ। ਔਰ ਮੈਂ ਇਸ ਜਿਹੜਾ ਸਿਰਸਾ ਸਾਹਿਬ ਨੇ ਇੱਕ ਲਾਈਨ ਖਿੱਚੀ ਹੈ ਮੈਡੀਕਲ ਦੇ ਵਿੱਚ, ਇਹ ਸਿੱਖ ਕੌਮ ਵਾਸਤੇ ਬਹੁਤ ਮਾਣ ਦੀ ਗੱਲ ਹੈ। ਬਿਲਕੁਲ। ਵੇਖੋ, 26 ਜਨਵਰੀ ਤੋਂ ਬਾਅਦ ਇੱਕ ਐਸਾ ਮਾਹੌਲ ਕ੍ਰੀਏਟ ਹੋਇਆ ਕਿ ਮੈਨੂੰ ਲੱਗਦਾ ਕਿ ਹਰ ਜਿਹੜਾ ਸਿੱਖ ਹੈ ਆਪਣੇ ਆਪ ਨੂੰ ਇੱਕ ਅਸੁਰੱਖਿਅਤ ਜਿਹਾ ਮਹਿਸੂਸ ਕਰ ਰਿਹਾ ਸੀ। ਤੁਸੀਂ ਵੀ ਫੇਸ ਕੀਤਾ ਹੋਣਾ, ਤੁਸੀਂ ਕੀ ਮਹਿਸੂਸ ਕੀਤਾ ਹੋਣਾ ਉਹਨਾਂ 26 ਜਨਵਰੀ ਤੋਂ ਬਾਅਦ 1-2 ਦਿਨਾਂ ਦੇ ਵਿੱਚ, ਜਦੋਂ ਉੱਥੇ ਅੰਦੋਲਨ ਨੂੰ ਚੁੱਕਿਆ ਜਾਂਦਾ ਅਤੇ ਟਿਕੈਤ ਸਾਹਿਬ ਦਾ ਜਿਹੜਾ ਅਥਰੂ ਗਿਰਦੇ ਨੇ, ਫਿਰ ਮਾਹੌਲ ਕ੍ਰੀਏਟ ਹੁੰਦਾ ਹੈ। ਤੁਸੀਂ ਕੁਛ ਆਪਣੀ ਵਲਵਲੇ ਕੋਈ ਸਾਂਝੇ ਕਰਨਾ ਚਾਹੋ ਤਾਂ ਸਾਡੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਤੁਸੀਂ ਕਰ ਸਕਦੇ ਹੋ। ਮੈਂ ਇਹਦੇ 'ਚ ਇਹ ਕਹਿਣਾ ਚਾਹਾਂਗਾ ਕਿ ਸਾਡੇ ਸਿੱਖ ਕੌਮ ਦੇ ਜੇ ਸਾਡੇ ਗੁਰੂ ਸਨ, ਚਾਹੇ ਉਦੋਂ ਬਾਅਦ, ਚਾਹੇ 47 ਹੈ, ਚਾਹੇ 65 ਦੀ ਲੜਾਈ ਹੈ, ਚਾਹੇ 71 ਦੀ ਲੜਾਈ ਹੈ, ਚਾਹੇ ਕਾਰਗਿਲ ਹੈ, ਹਮੇਸ਼ਾ ਸਿੱਖ ਕੌਮ ਦੇ ਜਿਹੜੀ ਸਾਡੀ 2% ਦੀ
ਪਰਸੈਂਟੇਜ ਉਦੋਂ ਬਾਵਜੂਦ ਅਸੀਂ ਦੇਸ਼ ਵਾਸਤੇ ਹਮੇਸ਼ਾ ਹਰ ਕੰਮ ਵਾਸਤੇ ਅੱਗੇ ਆਏ ਹਾਂ। ਔਰ ਕਦੀ ਵੀ ਦੇਸ਼ 'ਤੇ ਆਪਦਾ ਪਈਏ ਉਦੋਂ ਵੀ ਸਿੱਖ ਕੌਮ ਹਮੇਸ਼ਾ ਅੱਗੇ ਆ ਕੇ ਲੀਡ ਕਰਦੀ, ਚਾਹੇ ਉਹ ਲੰਗਰ ਦੀ ਵਿਵਸਥਾ ਹੋਏ, ਮੈਡੀਕਲ ਦੀ ਵਿਵਸਥਾ, ਕਿਸੇ ਤਰ੍ਹਾਂ ਦੀ ਵੀ। ਔਰ ਉਦੋਂ ਬਾਵਜੂਦ ਸਾਨੂੰ ਅੰਗਰੇਜ਼ਾਂ ਨੇ ਉਸ ਟਾਈਮ ਕਿਹਾ ਸੀ ਕਿ ਲਾਹੌਰ ਤੋਂ ਲੈ ਕੇ ਪਾਣੀਪਤ ਤੱਕ ਤੁਸੀਂ ਆਪਣਾ ਅਲੱਗ ਤੋਂ ਮੁਲਕ ਲੈ ਸਕਦੇ ਜੀ। ਸਾਡੇ ਆਗੂਆਂ ਨੇ ਉਦੋਂ ਨਹੀਂ ਲਿਆ, ਲੇਕਿਨ ਇੱਥੋਂ ਦੀਆਂ ਸਰਕਾਰਾਂ, ਇੱਥੋਂ ਦਾ ਮੀਡੀਆ ਸਾਨੂੰ ਵਾਰ-ਵਾਰ ਉਤਪੀੜਨ ਕਰਦਾ ਹੈ। ਸਾਡੀ ਮਨ ਨੂੰ ਠੇਸ ਪਹੁੰਚਦੀ ਹੈ ਕਿ ਸਾਡੀ ਕੌਮ ਨੇ ਇਸ ਦੇਸ਼ ਵਾਸਤੇ ਕੀ ਨਹੀਂ ਕੁਛ ਕੀਤਾ। ਔਰ ਸਾਨੂੰ ਕਦੀ ਆਤੰਕਵਾਦੀ, ਕਦੀ ਖਾਲਿਸਤਾਨੀ, ਕਦੀ ਅਗਰ ਅਸੀਂ ਖਾਲਿਸਤਾਨ ਲੈਣਾ ਹੁੰਦਾ ਤਾਂ ਅਸੀਂ ਉਦੋਂ ਲੈ ਸਕਦੇ ਸਾਂ। ਅਸੀਂ ਵਾਰ-ਵਾਰ ਸਾਨੂੰ ਕਿਉਂ ਸਿੱਧ ਕਰਨਾ ਪੈ ਰਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ। ਔਰ ਉਸ ਨੇਕੀ ਨੂੰ ਜਾਣਨ ਦੇ ਬਜਾਏ ਸਾਡਾ ਉਤਪੀੜਨ ਕੀਤਾ ਜਾ ਰਿਹਾ, ਸਾਨੂੰ ਟੌਰਚਰ ਕੀਤਾ ਜਾ ਰਿਹਾ। ਇਹ ਚੀਜ਼ ਸਾਨੂੰ ਬੜੀ ਹੀ ਅੰਦਰ ਤੱਕ ਪਿੰਚ ਕਰਦੀ ਕਿ ਅਸੀਂ ਇਸ ਕੌਮ ਨੇ ਇਸ ਦੇਸ਼ ਵਾਸਤੇ ਕੀ ਕੁਛ ਨਹੀਂ ਕੀਤਾ, ਔਰ ਉਹਦੇ ਬਦਲੇ ਇਸ ਭਾਰਤ ਸਰਕਾਰਾਂ ਸਾਨੂੰ ਕੀ ਦੇ ਰਹੀਆਂ ਨੇ। ਹਾਲਾਂਕਿ ਵੇਖੋ ਸਿਰਸਾ ਸਾਹਿਬ ਨੇ ਜਿਹੜਾ ਜਵਾਬ ਦਿੱਤਾ, ਮੈਨੂੰ ਲੱਗਦਾ ਕਿ ਇੱਕ ਮੂੰਹ ਤੇ ਚਪੇੜ ਹੋ ਸਕਦੀ ਹੈ ਕਿ ਜੋ ਸਾਨੂੰ ਦੱਸ ਰਹੇ ਸੀ ਕਿ ਸਿੱਖ ਅਲਗਾਵਵਾਦੀ ਨੇ, ਅੱਤਵਾਦੀ ਨੇ। ਵੇਖੋ ਉਹਨਾਂ ਨੇ ਜਿਹੜਾ ਹਸਪੀਟਲ ਖੋਲ੍ਹਿਆ, ਉਹ ਮੈਂ ਕਹਿੰਦਾ ਦੇਸ਼ ਹੀ ਨਹੀਂ, ਏਸ਼ੀਆ ਦਾ ਸਭ ਤੋਂ ਵੱਡਾ ਇੱਕ ਐਡਵਾਂਸ ਟੈਕਨੋਲੋਜੀ ਨਾਲ ਉਹਨਾਂ ਨੇ ਹਸਪੀਟਲ ਖੋਲ੍ਹ ਕੇ ਵਿਖਾ ਦਿੱਤਾ। ਇੰਨੀ ਵੱਡੀ ਉਪਲਬਧੀ, ਕੁਝ ਹੋਰ ਤੁਸੀਂ ਕਹਿਣਾ ਚਾਹੋ? ਇਹ ਵਾਕਈ ਬਹੁਤ ਵੱਡੀ ਉਪਲਬਧੀ ਹੈ ਸਿੱਖ ਕੌਮ ਵਾਸਤੇ। ਔਰ ਸ਼੍ਰੋਮਣੀ ਜਿਹੜੀ ਕਮੇਟੀ ਹੈ ਉੱਥੋਂ ਦੀ ਦਿੱਲੀ ਦੀ, ਔਰ ਉਹਨਾਂ ਦੇ ਜਿਹੜੇ ਆਗੂ ਨੇ ਸਰਦਾਰ ਸਿਰਸਾ ਸਾਹਿਬ, ਉਹਨਾਂ ਨਾਲ ਸਾਡੀ ਇੱਥੇ ਵੀ ਮੁਲਾਕਾਤ ਐਸੇ ਆਫਿਸ 'ਚ 2 ਵਾਰਾਂ ਹੋਈ ਹੈ। ਪਹਿਲਾਂ ਵੀ ਜਦੋਂ ਆਪਾਂ ਸਿੱਖ ਸੰਗਠਨ ਦਾ ਸੰਮੇਲਨ ਕੀਤਾ ਸੀ, ਉਹਦੇ 'ਚ ਵੀ ਆਏ ਨੇ। ਇੱਥੇ ਨਵਨੀਤ ਆਪਣਾ ਮੁੰਡਾ ਪੂਰਾ ਹੋਇਆ ਸੀ, ਉੱਥੇ ਵੀ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਹੈ। ਵਾਕਈ ਉਹਨਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ। ਔਰ ਜਿਹੜੇ ਕੰਮ ਉਹ ਕਰ ਰਹੇ ਨੇ, ਮੈਂ ਇਹੀ ਕਹਿ ਰਿਹਾ ਕਿ ਜਿਹੜੀ ਚਾਹੇ ਪਿੰਡ ਦੀਆਂ ਗੁਰਦੁਆਰਾ ਸਿੰਘ ਸਾਹਿਬਾਂ ਨੂੰ, ਚਾਹੇ ਸ਼ਹਿਰ ਦੀਆਂ, ਸਾਨੂੰ ਉਸ ਰਸਤੇ 'ਤੇ ਚੱਲਣਾ ਚਾਹੀਦਾ। ਔਰ ਆਉਣ ਵਾਲਾ ਟਾਈਮ ਅਗਰ ਜਿਸ ਤਰ੍ਹਾਂ ਸਿਰਸਾ ਸਾਹਿਬ ਕਰ ਰਹੇ ਨੇ, ਦੂਜੀਆਂ ਕਮੇਟੀਆਂ ਵੀ ਕਰਾਂਗੇ। ਅਤੇ ਜਿਹੜੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਾਣੀ ਦੇ ਨਾਲ ਦਵਾਈ ਦੀ ਮਲਮ ਪੱਟੀ ਵੀ ਦਿੱਤੀ ਸੀ, ਇਹ ਸਾਡਾ ਵਿਰਸਾ ਹੈ। ਔਰ ਇਸ ਚੀਜ਼ ਨੂੰ ਅਸੀਂ ਅਗਰ ਵਧਾ ਰਹੇ ਹਾਂ, ਅਤੇ ਜਿਹੜੀਆਂ ਸਰਕਾਰਾਂ ਕੁਛ ਕਰ ਰਹੀਆਂ ਨੇ ਉਹਨਾਂ ਵਾਸਤੇ ਬਹੁਤ ਵੱਡੀ ਉਹਨਾਂ ਦੇ ਮੂੰਹ 'ਤੇ ਚਪੇਟ ਹੈ। ਸਾਨੂੰ ਆਪਣੇ ਗੁਰੂਆਂ ਦੇ ਕਹੇ ਹੋਏ ਰਸਤੇ 'ਤੇ ਚੱਲਣਾ ਚਾਹੀਦਾ। ਸਰਕਾਰਾਂ ਕੀ ਆਂਦੀ ਹੈ, ਮੀਡੀਆ ਕੀ ਆਂਦੀ, ਸਾਨੂੰ ਉਹਦੇ 'ਤੇ ਨਹੀਂ ਜਾਣਾ ਚਾਹੀਦਾ। ਸਾਡੇ ਵੱਡਿਆਂ ਨੇ ਜਿਹੜੀਆਂ ਸਾਨੂੰ ਚੰਗੇ ਕੰਮ ਦੱਸੇ ਨੇ, ਸਾਨੂੰ ਉਹਦੇ 'ਤੇ ਚੱਲਣਾ ਚਾਹੀਦਾ। ਮਤਲਬ ਅਗਰ ਮੀਡੀਆ ਆਪਣੀ ਆਦਤ ਤੋਂ ਮਜਬੂਰ ਹੈ, ਤੇ ਅਸੀਂ ਵੀ ਆਪਣੀ ਆਦਤ ਨਾ ਛੱਡੀਏ। ਇਹ ਵੀ ਆਪਾਂ ਕਹਿ ਸਕਦੇ, ਜੋ ਸਾਡਾ ਵਿਰਸਾ, ਜੋ ਸਾਡੀ ਗੁਰੂਆਂ ਸਾਹਿਬ ਦੇ ਗੁਰੂਆਂ ਦੀ ਜੋ ਸਾਨੂੰ ਸਿੱਖਿਆਵਾਂ ਨੇ। ਬਿਲਕੁਲ ਮੈਂ ਤੁਹਾਡੇ ਵਰਡਸ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਨੂੰ ਆਪਣੇ ਜੇ ਗੁਰੂਆਂ ਨੇ ਚੰਗੀਆਂ ਚੀਜ਼ਾਂ ਜੋ ਸਾਨੂੰ ਵਿਰਸਾ ਦਿੱਤਾ ਹੈ, ਸਾਨੂੰ ਉਹਨਾਂ ਦਾ ਜਵਾਬ ਇਹ ਚੰਗੇ ਕੰਮ ਕਰਕੇ ਦੇਣਾ ਚਾਹੀਦਾ ਹੈ। ਆਪਣੀ ਭਾਵੇਂ ਕਿ ਮਨਜਿੰਦਰ ਸਿੰਘ ਸਿਰਸਾ 'ਤੇ ਪਿਛਲੇ ਦਿਨ ਕਈ ਆਰੋਪ ਲੱਗੇ ਹੋਏ ਨੇ ਕਰਪਸ਼ਨ ਦੇ। ਮੈਨੂੰ ਲੱਗਦਾ ਹੈ ਕਿ ਇਹ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਜੇ ਆਪਾਂ ਇਹਨਾਂ ਦਾ ਰੋਲ ਵੇਖੀਏ ਤਾਂ ਕਿਤੇ ਨਾ ਕਿਤੇ ਸਾਰੇ ਵੇਖਣਾ ਪਿਛਾਂ ਛੁੱਟ ਗਏ, ਜੋ ਇਹਨਾਂ ਦੀ ਜੋ ਐਕਟਿਵ ਰਹੇ ਨੇ ਇਸ ਅੰਦੋਲਨ ਦੇ ਵਿੱਚ। ਐਕਚੁਅਲ ਕੀ ਹੈ ਕਿ ਸਾਡੀ ਕੌਮ ਦਾ ਦੁਰਭਾਗੀ ਇਹ ਵੇ ਕਿ ਸਾਡਾ ਜਿਹੜਾ ਵੀ ਅਸੀਂ ਆਗੂ ਨਿਕਲਦਾ, ਅਸੀਂ ਉਹਨਾਂ ਉੱਤੇ ਕਿੱਚੜ ਸੁੱਟਣਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਸਿਰਸਾ ਸਾਹਿਬ ਨੇ ਜੋ ਚੰਗੇ ਕੰਮ ਕੀਤੇ ਨੇ, ਅਗਰ ਉਹਨਾਂ ਦੇ ਕੋਈ 1-2 ਮਾਈਨਸ, ਹਰ ਬੰਦੇ 'ਚ 1-2 ਹਰ ਮਾਈਨਸ ਹੁੰਦੀਆਂ ਨੇ, ਲੇਕਿਨ ਜਿਹੜਾ ਉਹਨਾਂ ਦੀ ਇੱਕ ਲਾਈਨ ਚੰਗੇ ਕੰਮਾਂ ਦੀ ਹੈ ਨਾ, ਉਹਦੇ ਸਾਹਮਣੇ ਉਹਨਾਂ ਜਿਹੜੇ ਕੋਈ ਮਾਈਨਸ ਨੇ ਉਹ ਸਾਰੇ ਢੱਕ ਗਏ ਨੇ। ਅਸੀਂ ਤਾਂ ਉਹਨਾਂ ਨੂੰ ਬਿਲਕੁਲ ਚੜ੍ਹਦੀ ਕਲਾ ਚਾਹੁੰਦੇ ਹਾਂ। ਔਰ ਮਾਲਕ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹਿਣ, ਜਿਨ੍ਹਾਂ ਨਾਲ ਸਾਨੂੰ ਦੂਜੇ ਜਿਹੜਾ ਜਿੱਥੇ ਸਿੱਖ ਬੈਠਾ ਹੈ ਉਹਨੂੰ ਪ੍ਰੇਰਣਾ ਮਿਲੇ ਔਰ ਉਹ ਵੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰਨ। ਜਾਂਦੇ ਕੁਝ ਘੱਟ ਸ਼ਬਦਾਂ 'ਚ ਕੁਝ ਹੋਰ ਕਹਿਣਾ ਚਾਹੋ, ਆਪਣਾ ਮੈਸੇਜ, ਕੋਈ ਸੰਦੇਸ਼ ਕਿਸਾਨ ਅੰਦੋਲਨ ਦੇ ਪ੍ਰਤੀ ਤੁਸੀਂ ਦੇ ਸਕਦੇ ਹੋ? ਕਿਸਾਨ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਹਰ ਗੁਰੂ ਘਰ ਅਰਦਾਸ ਹੋਣ ਡਈ ਹੈ। ਸਾਡੇ ਰੁਦਰਪੁਰ ਦੇ ਅੰਦਰ ਵੀ ਇੱਥੇ ਕਿਸਾਨ ਗਰਾਊਂਡ ਦੇ ਅੰਦਰ ਬਹੁਤ ਵੱਡਾ ਇਕੱਠ ਹੋਇਆ ਸੀ ਕਿਸਾਨਾਂ ਦਾ, ਔਰ ਉਹਦੇ ਵਿੱਚ ਵੀ ਸਾਰੇ ਇੱਥੋਂ ਦੇ ਤਰਾਈ ਦੇ ਕਿਸਾਨ। ਕੱਲ੍ਹ ਵੀ ਇੱਕ ਟਰੈਕਟਰ ਰੈਲੀ ਜਿਹੜੀ ਮੁਜ਼ੱਫਰਨਗਰ ਤੋਂ ਚੱਲ ਕੇ ਆਈ ਸੀ, ਰੁਦਰਪੁਰ ਹੋ ਕੇ ਸਤਾਰਗੰਜ ਤੱਕ ਗਈ। ਕੱਲ੍ਹ ਵੀ ਬਹੁਤ ਦੁਨੀਆ ਉਹਦੇ 'ਚ ਕਿਸਾਨਾਂ ਨੇ, ਹਰ ਵਰਗ ਦੇ ਕਿਸਾਨਾਂ ਨੇ ਭਾਗੀਦਾਰੀ ਲਈ। ਜਿਹੜੀ ਸਰਕਾਰ ਇਹ ਸਿੱਧ ਕਰਨਾ ਚਾਹੁੰਦੀ ਸੀ ਕਿ ਖਾਲੀ ਸਰਦਾਰ ਲੋਕ ਨੇ, ਸਰਦਾਰ ਨਹੀਂ, ਉਹਦੇ 'ਚ ਦੂਜੇ ਬੰਗਾਲੀ, ਮੁਸਲਿਮ, ਪੂਰਬ ਵਾਲੇ ਜਿਹੜੇ ਸਾਰੇ ਸੰਕਲ ਨਿਕਲ ਕੇ ਆਏ ਨੇ। ਔਰ ਇਹ ਅੰਦੋਲਨ ਹਮੇਸ਼ਾ ਬਹੁਤ ਹੀ ਪੀਸਫੁਲ ਔਰ ਇੰਨਾ ਸ਼ਾਂਤੀਪ੍ਰਿय, ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕੋਈ ਅੰਦੋਲਨ ਦੇਖਿਆ ਕਿ ਇੰਨਾ ਪੀਸਫੁਲ। 26 ਜਨਵਰੀ ਨੂੰ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਸਰਕਾਰ ਨੇ ਉਹ ਸਾਰਾ ਕੀਤਾ ਸੀ ਔਰ ਪਿਕਚਰ ਕਲੀਅਰ ਹੋ ਗਈ ਹੈ। ਉਹ 3 ਮਹੀਨੇ 3.5 ਮਹੀਨੇ ਹੋ ਗਏ ਨੇ ਪੀਸਫੁਲ, ਕਿਸੇ ਤੋਂ ਨਾ ਅੱਖ ਪੱਟ ਕੇ ਨਹੀਂ ਦੇਖਿਆ। ਔਰ ਇੰਨਾ ਵਧੀਆ ਅੰਦੋਲਨ ਚੱਲਣ ਡਿਆ। ਔਰ ਮਾਲਕ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇਗਾ, ਇਤਿਹਾਸ ਕਾਇਮ ਹੋਏਗਾ। ਖਾਲਸਾ ਦੇ ਜਿਹੜੀਆਂ ਅਰਦਾਸਾਂ ਹੁੰਦੀਆਂ ਨੇ ਹਿਸਟਰੀ 'ਚ, ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਕਿਸਾਨਾਂ ਵਾਸਤੇ ਅਰਦਾਸ ਹੋਈ ਹੈ ਔਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੋਈ ਕਦੀ ਵਾਪਸ ਨਹੀਂ ਜਾਂਦੀ। ਮਾਲਕ ਇਹਨਾਂ ਨੂੰ ਤਰੱਕੀ ਬਖਸ਼ੇਗਾ, ਚੜ੍ਹਦੀ ਕਲਾ 'ਚ ਰੱਖੇਗਾ, ਸਰਕਾਰ ਨੂੰ ਝੁਕਣਾ ਪਏਗਾ ਔਰ ਇਹ ਤਿੰਨੋਂ ਕਾਨੂੰਨ ਵਾਪਸ ਆਉਣਗੇ। ਕੋਈ ਨਾ ਕੋਈ ਮਾਲਕ ਵਿੱਚੋਂ ਰੱਸਾ ਕੱਢੇਗਾ। ਸੋ ਸੰਗਤ ਜੀ, ਸਾਡੇ ਨਾਲ ਜੁੜੇ ਹੋਏ ਸੀ ਸਰਦਾਰ ਸੁਰਮੁਖ ਸਿੰਘ ਵਿਰਕ ਜੀ, ਸਿੱਖ ਸੈਂਟਰ ਕਮੇਟੀ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੁੱਧਪੁਰ ਦੇ ਸਾਬਕਾ ਪ੍ਰਧਾਨ ਸੀ। ਸੋ ਹੋਰ ਵੀ ਅਸੀਂ ਸ਼ਖਸੀਅਤਾਂ ਨੂੰ ਆਪ ਜੀ ਨੂੰ ਰੂਬਰੂ ਕਰਾਵਾਂਗੇ। ਸਮੇਂ ਦੇ ਜਿਹੜੇ ਵੀ ਮੌਕੇ ਹੁੰਦੇ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਹੀ ਟੌਪਿਕ 'ਤੇ ਚਰਚਾ
ਕਰੀਏ ਅਤੇ ਸੰਗਤਾਂ ਦੇ ਕੋਲ ਪੇਸ਼ ਕਰੀਏ। ਸੋ ਫਤਿਹ ਦੀ ਅਰਜ਼ ਕਰਕੇ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।